अंतर रवै हर नाम बाणी गुरु। गुरु है बाणी विच बाणी अमृत सारे। गुर बाणी कहे सेवक जन मानै। परतख गुरु निस्तारे। बाणी बिरलो विचारसी। जे को गुरमुख होए। एह बाणी महापुरख की निज घर वासा होए। देवपुरी मैं गयो आप परमेश्वर पायो। हर सिंहासन दियो श्री गुर तह बठायो। रहस कियो सुर देव तोहे जस जय जय जम्पै। असुर गए ते भाग पाप तिन भीतर कंपै। काटे सो पाप तिन नरों के गुर रामदास जिन पायो। शतर सिंहासन पृथ्वी गुर अर्जन का दे आयो। काटे सो पाप तिन नरों के गुर रामदास जिन पायो। शतर सिंहासन पृथ्वी गुर अर्जुन का दे आयो। वाहिगुरु जी का खालसा वाहिगुरु जी की फतेह। सोइए महले पंजवें के इस बाणी दे विचों ये 21वां अते भट्ट साहबानां दी बाणी दे विचों ये अंतला सवैया है। कुल सवैये 143 हैं। 11 भट्टां दी बाणी है।
ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਹੈ। ਆਪ ਜੀ ਵਡਭਾਗੇ ਹੋ ਜੋ ਅੱਜ ਇਸ ਕਥਾ ਨੂੰ ਸੰਪੂਰਨ ਸਰਵਣ ਕਰੋਗੇ ਔਰ ਕੱਲ ਤੋਂ ਸ਼ਲੋਕ 12 ਤੇ ਵਧੀਕ ਬਾਣੀ ਦੀ ਕਥਾ ਆਰੰਭ ਹੋਣੀ ਹੈ। ਕੱਲ ਸੰਗਰਾਂਦ ਹੋਣ ਕਰਕੇ ਇਹ ਆਰੰਭਤਾ ਪਰਸੋਂ ਤੋਂ ਹੋਵੇਗੀ। ਕੱਲ ਸੰਗਰਾਂਦ ਦਾ ਸ਼ਬਦ ਇਸ ਪ੍ਰਥਾਏ ਜੋ ਉਪਦੇਸ਼ ਗੁਰੂ ਪੰਜਵੇਂ ਪਾਤਸ਼ਾਹ ਜੀ ਬਖਸ਼ਦੇ ਨੇ, ਆਪਾਂ ਉਸ ਨੂੰ ਦ੍ਰਿੜ ਕਰਾਂਗੇ। ਅੱਜ ਕਥਾ ਦੀ ਸੇਵਾ ਭਾਈ ਕੁਲਵਿੰਦਰ ਸਿੰਘ ਜੀ ਭੋਗਪੁਰ ਕਰ ਰਹੇ ਹਨ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ ਸਾਡੇ ਪਾਸ। ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਇਸ ਮਹੀਨੇ ਦੀ ਸੰਗਰਾਂਦ ਕੱਲ 14 ਤਰੀਕ ਨੂੰ ਹੈ ਅਤੇ ਕੱਲ ਹੀ ਜਿਹੜੀ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਜੰਗ ਹੈ, ਜਿਸ ਨੂੰ ਖਦਰਾਣੇ ਦੀ ਢਾਬ ਦੀ ਜੰਗ ਵੀ ਆਖਦੇ ਆ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੀਆਂ ਜੰਗਾਂ ਦੇ ਵਿੱਚੋਂ ਇਹ 14ਵੀਂ ਹੈ, ਆਖਰੀ ਹੈ। ਇੱਥੇ ਜਿਹੜੇ ਸਿੰਘ ਸ਼ਹੀਦ ਹੋਏ ਉਹਨਾਂ ਨੂੰ ਗੁਰੂ ਜੀ ਨੇ 40 ਮੁਕਤਿਆਂ ਦਾ ਨਾਮ ਦਿੱਤਾ, ਜੋ ਇਤਿਹਾਸ ਨੇ ਸਾਡੀ ਝੋਲੀ ਵਿੱਚ ਪਾਇਆ ਹੈ। ਸੋ ਉਹਨਾਂ 40 ਮੁਕਤਿਆਂ ਦੀ ਯਾਦ ਦਾ ਵਿਸ਼ੇਸ਼ ਸਮਾਗਮ ਕੱਲ ਹੋਵੇਗਾ 3:30 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ, ਕਿਉਂਕਿ ਕਰਫਿਊ ਹੋਣ ਕਰਕੇ ਜਿਹੜੀ ਸਮਾਪਤੀ ਹੈ ਦਰਬਾਰ ਦੀ ਉਹ ਹਰ ਰੋਜ਼ ਰਾਤ ਨੂੰ 9 ਵਜੇ ਹੁੰਦੀ ਹੈ। ਅੰਮ੍ਰਿਤ ਸੰਚਾਰ ਐਤਵਾਰ 11 ਵਜੇ ਹੋਵੇਗਾ। ਗੁਰੂ ਘਰ ਦੇ ਰੱਖ ਰਖਾਵ ਸੇਵਾ ਸੰਭਾਲ ਵਿੱਚ ਆਪਣਾ ਹਿੱਸਾ ਜ਼ਰੂਰ ਪਾਓ। ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਕਰ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣਿਆਂ ਦੀ ਸਰਬੱਤ ਦੀ ਹਿਫਾਜ਼ਤ ਵਾਸਤੇ ਮਾਸਕ ਪਾ ਕੇ ਅੰਦਰ ਆਓ ਔਰ ਅੰਦਰ ਆ ਕੇ ਵੀ ਮਾਸਕ ਨਾ ਉਤਾਰੋ। ਘਰਾਂ ਦੇ ਵਿੱਚ, ਪਰਿਵਾਰ ਵਿੱਚ ਬੱਚਿਆਂ ਨਾਲ ਪੰਜਾਬੀ ਬੋਲੋ ਤਾਂ ਕਿ ਸਾਡੇ ਬੱਚੇ ਗੁਰਬਾਣੀ ਪੜ੍ਹ ਸਕਣ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਬੱਚਿਆਂ ਨੂੰ ਗੁਰਮੁਖੀ ਜ਼ਰੂਰ ਸਿਖਾਓ। ਕਹਿਣ ਨੂੰ ਅਸੀਂ ਆਪਣੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ, ਸਾਰਿਆਂ ਤੋਂ ਉੱਤਮ, ਸਾਰਿਆਂ ਤੋਂ ਪੱਕੇ ਅਸੀਂ ਆ। ਪਰ ਇੱਕ ਗੱਲ ਸਾਨੂੰ ਮੁਸਲਮਾਨਾਂ ਤੋਂ ਸਿੱਖਣੀ ਚਾਹੀਦੀ ਹੈ ਕਿ ਉਹ ਅਮਰੀਕਾ ਵਿੱਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਅਰਬੀ ਜ਼ਰੂਰ ਪੜ੍ਹਾਉਂਦੇ ਨੇ ਮਦਰਸੇ ਵਿੱਚ ਘੱਲ ਕੇ, ਤਾਂ ਕਿ ਬੱਚਾ ਪਵਿੱਤਰ ਕੁਰਾਨ ਸ਼ਰੀਫ ਨੂੰ ਪੜ੍ਹ ਸਕੇ, ਨਮਾਜ਼ ਦੀਆਂ ਆਇਤਾਂ ਪੜ੍ਹ ਸਕੇ, ਕਲਮਾ ਪੜ੍ਹ ਸਕੇ। ਤੇ ਅਸੀਂ ਘਰੋਂ ਜੂੜਾ ਵੀ ਕੱਢ ਦਿੱਤਾ, ਊੜਾ ਵੀ ਕੱਢ ਦਿੱਤਾ, ਪੱਕੇ ਅਸੀਂ ਆ। ਸੋ ਇਸ ਕਰਕੇ ਸਾਨੂੰ ਇਸ ਹੰਕਾਰ ਵਿੱਚੋਂ ਬਾਹਰ ਆ ਕੇ ਸਾਨੂੰ ਅਕਲ ਦੀ ਸਤ੍ਹਾ ਤੇ ਜੂਣਾ ਚਾਹੀਦਾ, ਜਿਹੜੀ ਇਹ ਸਾਨੂੰ ਸਮਝਾਉਂਦੀ ਹੈ ਕਿ ਸਿੱਖਾ, ਜੇ ਤੂੰ ਪੰਜਾਬੀ ਗੁਰਮੁਖੀ ਤੋਂ ਟੁੱਟ ਗਿਆ ਤੇ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਵੀ ਦੂਰ ਚਲਾ ਜਾਏਗਾ। ਆਓ ਅਗਲੇ ਸਮੇਂ ਦੀ ਗੁਰਬਾਣੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ।
ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਡੰਡੋਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ, ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਿਕ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਬਾਣੀ ਦੇ ਬੋਹਿਤ ਸ਼ਬਦਾ ਅਵਤਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀ ਭਰ ਰਹੇ ਸਤਸੰਗੀ ਜਨੋ, ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਤਿਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੀਏ। ਮਹਾਰਾਜ ਔਰ ਆਪ ਜੀ ਨੇ ਅਸੀਸ ਬਖਸ਼ਣੀ ਹੈ ਕਿ ਆਪ ਜੀ ਦੀ ਆਪਣੀ ਹੀ ਵਿਚਾਰ ਹੈ, ਜੋ ਆਪ ਦਾਸ ਦੇ ਸਿਰ ਦੇ ਉੱਪਰ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖ ਕੇ ਆਪ ਹੀ ਕਰਵਾ ਲਵੋ। ਸਤ ਸੰਗਤ ਜੀ, ਆਓ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤਿਨਾਂ ਵੱਲੋਂ ਬਖਸ਼ਿਸ਼ ਫਤਿਹ ਦੇ ਨਾਲ ਰਲ ਮਿਲ ਕੇ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸ਼ਬਦ ਜਿਸ ਦੀ ਆਪਾਂ ਰਲ ਮਿਲ ਕੇ ਵਿਚਾਰ ਕਰਨੀ ਹੈ, ਇਹ ਸ਼ਬਦ ਭੱਟ ਹਰਬੰਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਿਆ ਹੋਇਆ ਔਰ ਸਵਈਆਂ ਦੇ ਸਿਰਲੇਖ ਦੇ ਅਧੀਨ ਜੋ ਬਾਣੀ ਚੱਲ ਰਹੀ ਹੈ, ਉਸ ਦਾ ਆਖਰੀ ਸਵਈਆ ਹੈ। 123 ਸਵਈਏ ਭੱਟ ਸਾਹਿਬਾਨਾਂ ਦੇ ਹਨ ਔਰ 20 ਸਵਈਏ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰੇ ਹੋਏ ਕੁੱਲ ਸਵਈਆਂ ਦੀ ਗਿਣਤੀ 143 ਹੈ। ਜਿਹੜਾ ਸਵਈਆ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ, ਉਸ ਸਵਈਏ ਦਾ ਮੂਲ ਪਾਠ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਅਸਥਾਨ ਦੇ ਬਹੁਤ ਹੀ ਸਤਿਕਾਰਯੋਗ ਹੈੱਡ ਗ੍ਰੰਥੀ ਸਿੰਘ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੋਂ ਆਪਾਂ ਸਾਰਿਆਂ ਨੇ ਸਰਵਣ ਕੀਤਾ ਹੈ। ਮੈਂ ਪਹਿਲਾਂ ਹੀ ਭਾਈ ਸਾਹਿਬ ਜੀ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ, ਜੋ ਪਿਛਲੇ ਸਮੇਂ ਇਹਨਾਂ ਦੇ ਉੱਪਰ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ। ਜੋ ਸੇਵਾ ਰਤਨ ਦਾ ਸਨਮਾਨ ਹੈ, ਉਹ ਭਾਈ ਸਾਹਿਬ ਜੀ ਦੀ ਝੋਲੀ ਦੇ ਵਿੱਚ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਤਰੁੱਟ ਕੇ ਪਾਇਆ ਹੈ। ਸਤ ਸੰਗਤ ਜੀ, ਅਗਰ ਆਪਾਂ ਇਸ ਰੂਹੇ ਜ਼ਮੀਨ ਤੇ ਆਏ ਹਾਂ, ਅਗਰ ਆਪਾਂ ਸਿੱਖ ਕੌਮ ਦੇ ਵਿੱਚ ਆਪਣਾ ਜਨਮ ਹੋਇਆ ਹੈ, ਤੇ ਕੁਛ ਨਾ ਕੁਛ ਐਸਾ ਕਰਕੇ ਜਾਈਏ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਆਪਾਂ ਨੂੰ ਯਾਦ ਕਰੇ।
इस गल दे विच कोई शक नहीं है कि जो प्रबंध भाई साहब जी ने संभालिया है उहदी दास नहीं बाहर भी सिफत सलाह जिहड़ी है वो हुंदी है। पिछली बार भी आया सी ते किसी सज्जन ने कहा सीगा कि जितने पाठी सिंह हन उपर सेवा करते हैं, मैनू उत्थे जाके दिखाया भी उन्हां दे कमरे, उन्हां दियां अलमारियां, ये सारा कुछ भाई साहब जी ने आप अगे हो के ये सेवा जिहड़ी है संगतां दे सहयोग दे नाल करवाई है। और हुण इसे तरीके नाल भाई साहब सीसगंज साहब गुरुद्वारा साहब दे विच भी जिहड़ी सेवा है वो करवा रहे हैं कि जिहड़े पाठी सिंह हन उन्हां दा कमरा, उन्हां दा बिस्तरा, उन्हां दा रहन सहन जिहड़ा है वो वधिया होवे। सो आओ अज दे शब्द की शुरुआत करन तो पहला एक दो विचारां आप जी दे नाल धन धन गुरु नानक देव जी महाराज दे घर की एक विलक्षणता है। वो विलक्षणता ये है कि इस घर विच उस नूं सत्कारिया गया है, उस नूं सन्मान दिता गया है जिहदे अंदर सेवा की भावना है और जिहदे अंदर समर्पता है, जिहड़ा अपने आप नूं जिहने गुरु नूं समर्पित किया है। इस घर की विलक्षणता है तख्त बहे तख्ते की लायक, क्योंकि जो अज दा शब्द है, अज दा जो शब्द की आपां विचार करनी है उहदे विच धन धन गुरु रामदास जी महाराज जी का ज्योति जोत की गल हो रही है और धन धन गुरु अर्जुन देव जी महाराज जी का सिंघासन के उपर बैठण की गल हो रही है, तख्त के उपर बैठण की गल हो रही है। दो विचारां इस शब्द दे विच हन, क्योंकि इस घर दे विच अगर गुरु नानक देव जी महाराज ने ये सानू क्या है कि धर्म राय नू हुक्म है बह सच्चा धर्म विचार, ते असी इस गल नू मन्नीए। अगर गुरु नानक देव जी महाराज आसा की वार दे विच सानू समझाउंदे हन, महाराज कहंदे हन लिख नावे धर्म बहालिया, महाराज कहंदे हन उत्थे धर्मराज की गल करते हैं तो इस गल नूं असी स्वीकार करिए। दूसरा, जे धन धन गुरु नानक देव जी महाराज ये फरमाउंदे हन पब्बर तू हरियावला कवला कंचन वन, जे गुरु नानक देव जी महाराज दरिया दे नाल गल करते हैं तो इस गल नूं स्वीकार करिए। जेकर बाबा फरीद जी कोयल दे नाल गल करते हैं काली कोयल तू कित गुण काली, ते इस गल नूं असी स्वीकार करिए। जेकर साडी ये अवस्था नहीं बनी कि असी कोयल दे नाल गल कर सकीए जां दरिया दे नाल गल कर सकीए, ते ये ना कहिए कि ये एक उदाहरणां दित्तियां हन समझाउण दी खातर, ये उदाहरणां नहीं हन। धन धन गुरु ग्रंथ साहिब जी महाराज दे विच जो बाणीकारां ने लिख दिता वो पूर्ण सच है, ते उस सच तो असी रंचक मात्र भी जिहड़ा इधर उधर ना होइए। गुरु नानक दे घर की विलक्षणता की है, जदों भी गुरु नानक देव जी महाराज तो लैके धन धन गुरु गोबिंद सिंह जी महाराज 10 पातशाहियां तक जदों गुरता गद्दी देन की रस्म आई है ना, ते उस समय गुरता गद्दी दिती गई है गुर चेले रहरास कर नानक सलामत थीव दे। गुरु साहिब ने अपनी हयाती दे विच गुरता गद्दी दा सिंघासन जिहड़ा वो अगले गुरु साहिब जी नूं उन्हां ने आप दिता। महाराज फरमाउंदे हन हुंदे परतख सतगुरु बहराज आप टिकाया। बहराज आप गुरु जी अपनी हयाती दे विच परतख हन, वो मौजूद हन और उन्होंने अपनी हयाती दे विच अपने हत्थां दे नाल गुरता गद्दी दा सिंघासन जिहड़ा वो अगले शरीर दे विच जां इंज कह लईए कि अपनी जिहड़ी जोत है, जो अपना जिहड़ा खजाना है, वो अगले शरीर दे विच धन धन गुरु साहिबान जी ने अपनी हयाती दे विच आप टिकाया।
ਅੱਜ ਦਾ ਜੋ ਸ਼ਬਦ ਹੈ ਉਸ ਦੀਆਂ ਆਰੰਭਕ ਵਾਲੀਆਂ ਪੰਕਤੀਆਂ ਸ਼ੁਰੂ ਕਰਨ ਤੋਂ ਪਹਿਲਾਂ ਜੋ ਪਿਛਲਾ ਸਵਈਆ ਆਪ ਕਰਕੇ ਗਏ ਹੋ ਉਹਦੀ ਆਖਰੀ ਪੰਕਤੀ ਨੂੰ ਨਾਲ ਲੈ ਕੇ ਚੱਲਾਂਗੇ, ਕਿਉਂਕਿ ਉਹ ਪੰਕਤੀ ਜਿਹੜੀ ਆ ਉਹ ਇੱਕ ਸਵਾਲ ਹੈ ਔਰ ਇਸ ਸਵਈਏ ਦੇ ਵਿੱਚ ਉਹਦਾ ਜਵਾਬ ਹੈ। ਆਖਰੀ ਪੰਕਤੀ ਸੀਗੀ ਜੋ ਆਪ ਜੀ ਨੇ ਕੱਲ ਸਰਵਣ ਕੀਤੀ ਹੈ, ਹਰਬੰਸ ਜਗਤ ਸੰਚਰਿਓ ਸੋ ਕਵਨ ਕਹਿ ਸ੍ਰੀ ਗੁਰ ਮੋਇਓ। ਕੌਣ ਕਹਿੰਦਾ ਹੈ ਕਿ ਗੁਰੂ ਜਿਹੜਾ ਉਹ ਮਰ ਗਿਆ ਹੈ? ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 3 ਕਿਸਮ ਦੀ ਮੌਤ ਦਾ ਜ਼ਿਕਰ ਕੀਤਾ ਗਿਆ। ਪਹਿਲੀ ਮੌਤ ਹੈ ਸਰੀਰਕ ਮੌਤ, ਜਿਹੜੀ ਸਾਰਿਆਂ ਨੂੰ ਆਉਣੀ ਹੈ, ਜਿਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ। ਜੋ ਵੀ ਇਸ ਰੂਹੇ ਜ਼ਮੀਨ ਤੇ ਆਇਆ, ਚਾਹੇ ਕੋਈ ਵੀ ਹੈ, ਉਸ ਦਾ ਸਰੀਰ ਜਿਹੜਾ ਇਸ ਸੰਸਾਰ ਤੋਂ ਚਲਿਆ ਗਿਆ। ਜਿਹਨੂੰ ਮਹਾਰਾਜ ਕਹਿੰਦੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਵਾਰ। ਮਹਾਰਾਜ ਦੂਸਰੀ ਮੌਤ ਜਿਹੜੀ ਆ ਉਹ ਮੌਤ ਹੈ, ਮਹਾਰਾਜ ਕਹਿੰਦੇ ਅਧਿਆਤਮਕ ਮੌਤ। ਉਹ ਮੌਤ ਦੇ ਬਾਰੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਹਨ, ਆਖਾਂ ਜੀਵਾਂ ਵਿਸਰੇ ਮਰ ਜਾਊਂ। ਜਿਸ ਦਿਨ ਮੈਂ ਨਿਤਨੇਮ ਨਹੀਂ ਕੀਤਾ, ਮੈਂ ਘੱਟੋ ਘੱਟ ਨਿਤਨੇਮ ਦੀ ਗੱਲ ਕਰਾਂ, ਜਿਸ ਦਿਨ ਨਿਤਨੇਮ ਨਹੀਂ ਕੀਤਾ, ਜਿਸ ਦਿਨ ਬਾਣੀ ਨਹੀਂ ਪੜ੍ਹੀ, ਮਹਾਰਾਜ ਕਹਿੰਦੇ ਉਸ ਦਿਨ ਤੇਰੇ ਅੰਦਰ ਸਵਾਸ ਤਾਂ ਚੱਲਦੇ ਹਨ, ਲੇਕਿਨ ਇਹ ਸਵਾਸ ਇਸ ਤਰ੍ਹਾਂ ਹਨ ਕਿ ਸਵਾਸ ਚੱਲਣ ਦੇ ਬਾਵਜੂਦ ਵੀ ਤੂੰ ਇੱਕ ਚੱਲਦੀ ਫਿਰਦੀ ਇੱਕ ਲਾਸ਼ ਹੈ। ਮਹਾਰਾਜ ਫਰਮਾਉਂਦੇ ਆਖਾਂ ਜੀਵਾਂ ਵਿਸਰੇ ਮਰ ਜਾਊਂ। ਤੀਸਰੀ ਮੌਤ ਦਾ ਜ਼ਿਕਰ ਮਹਾਰਾਜ ਕਰਦੇ ਹਨ, ਜਿਹੜੀ ਇੱਥੇ ਕਹਿੰਦੇ ਹਨ ਹਰਬੰਸ ਜਗਤ ਸੰਚਰਿਓ ਸੋ ਕਵਨ ਕਹੇ ਸ੍ਰੀ ਗੁਰ ਮੋਇਓ। ਉਹ ਤੀਸਰੀ ਮੌਤ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ। ਜਦੋਂ ਤੂੰ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਮਾਰੇਗਾ, ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵੇਂਗਾ, ਉਹ ਜਿਹੜਾ ਸ਼ਬਦ ਹੈ ਤੇਰਾ ਪੁਰਾਣਾ ਜੀਵਨ ਜਿਹੜਾ ਖਤਮ ਕਰਕੇ ਤੈਨੂੰ ਇੱਕ ਨਵਾਂ ਜੀਵਨ ਜਿਹੜਾ ਉਹ ਦੇ ਦੇਵੇਗਾ, ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਫਿਰ ਤੇਰੀ ਜਿਹੜੀ ਮੌਤ ਹੈ ਨਾ ਉਹ ਕਦੀ ਵੀ ਨਹੀਂ ਹੋਵੇਗੀ। ਮਹਾਰਾਜ ਫਰਮਾਉਂਦੇ ਸੀਗੇ ਹਰਬੰਸ ਜਗਤ ਸੰਚਰਿਓ ਸੋ ਕਵਨ ਕਹਿ ਸ੍ਰੀ ਗੁਰ ਮੋਇਓ। ਗੁਰੂ ਸਹਿਬਾਨ ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਕਿਉਂਕਿ ਸਰੀਰਕ ਰੂਪ ਦੇ ਵਿੱਚ ਤਾਂ ਆਉਣਾ ਜਾਣਾ ਬਣਿਆ ਹੀ ਹੈ, ਉਹ ਤਾਂ ਸਾਰਿਆਂ ਨੇ ਚਲਿਆ ਜਾਣਾ ਹੈ। ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰੰਕ ਹੈ, ਚਾਹੇ ਕੋਈ ਭਗਤ ਹੈ, ਚਾਹੇ ਕੋਈ ਗੁਰੂ ਹੈ, ਲੇਕਿਨ ਸ਼ਬਦ ਦੇ ਵਿੱਚ ਜਿਹਨੇ ਆਪਣੇ ਆਪ ਨੂੰ ਮਾਰ ਲਿਆ, ਸ਼ਬਦ ਨੂੰ ਆਪਣੀ ਜ਼ਿੰਦਗੀ ਵਿੱਚ ਵਸਾ ਲਿਆ, ਆਪਣੇ ਹਿਰਦੇ ਵਿੱਚ ਵਸਾ ਲਿਆ, ਮਹਾਰਾਜ ਕਹਿੰਦੇ ਤਾਂ ਫਿਰ ਮਰਨ ਨਾ ਹੋਈ, ਫਿਰ ਉਹਦੀ ਕਦੀ ਮੌਤ ਨਹੀਂ। ਅੱਜ ਦਾ ਜੋ ਸਵਈਆ ਉਹਦੀਆਂ ਆਰੰਭਕ ਵਾਲੀਆਂ ਪੰਕਤੀਆਂ, ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ। ਇਹੋ ਹੀ ਪਰਿਪੂਰਨ ਪਰਮਾਤਮਾ ਨੂੰ ਚੰਗਾ ਲੱਗਾ ਸੀ। ਦੇਵਪੁਰੀ ਮੈਂ ਗਇਓ। ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੇ ਆਪਣੇ 3 ਸਾਹਿਬਜ਼ਾਦੇ, ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਉਹਨਾਂ ਤੋਂ ਬਾਅਦ ਬਾਬਾ ਮਹਾਦੇਵ ਜੀ, ਉਹਨਾਂ ਤੋਂ ਬਾਅਦ ਧੰਨ ਧੰਨ ਗੁਰੂ ਅਰਜੁਨ ਦੇਵ ਜੀ ਮਹਾਰਾਜ, ਜਿਨ੍ਹਾਂ ਦੇ ਵਿੱਚ ਪੰਜਵੀਂ ਸਰੀਰ ਦੇ ਵਿੱਚ ਜੋਤ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਟਿਕਾਈ। ਲਾਹੌਰ ਦੀ ਧਰਤੀ ਤੋਂ ਸਿਹਾਰੀ ਮਲ ਗੁਰੂ ਰਾਮਦਾਸ ਜੀ ਮਹਾਰਾਜ ਦੇ ਰਿਸ਼ਤੇ ਦੇ ਵਿੱਚੋਂ ਉਹਨਾਂ ਦੇ ਭਰਾਤਾ ਉਹ ਆਏ ਹਨ। ਉਹਨਾਂ ਨੇ ਆ ਕੇ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬੇਨਤੀ ਕੀਤੀ ਹੈ, ਗੁਰੂ ਜੀ ਬੱਚੇ ਦੀ ਸ਼ਾਦੀ ਹੈ, ਆਪ ਦੇ ਭਤੀਜੇ ਦੀ ਸ਼ਾਦੀ ਹੈ, ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਉਹਨਾਂ ਦੇ ਆਨੰਦ ਕਾਰਜ ਤੇ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖੋ ਔਰ ਆਨੰਦ ਕਾਰਜ ਦੇ ਵਿੱਚ ਆਪ ਜੀ ਸ਼ਾਮਲ ਹੋਵੋ ਤੇ ਜੋੜੀ ਨੂੰ ਸੁਭਾਗ ਜੋੜੀ ਨੂੰ ਤੁਸੀਂ ਅਸੀਸ ਦੇਵੋ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸੋਚ ਵਿਚਾਰ ਕਰਕੇ ਉਹਨਾਂ ਨੂੰ ਕਿਹਾ, ਕਹਿੰਦੇ ਸਿਹਾਰੀ ਮਲ, ਜੇਕਰ ਮੈਂ ਤੁਹਾਡੇ ਨਾਲ ਗਿਆ, ਲਾਹੌਰ ਗਿਆ,
ਤੇ ਕੁਦਰਤੀ ਗੱਲ ਹੈ ਮੇਰੇ ਨਾਲ ਸੰਗਤ ਵੀ ਜਾਵੇਗੀ, ਸੰਗਤ ਉੱਥੇ ਇਕੱਠੀ ਹੋ ਜਾਵੇਗੀ ਤੇ ਇਸ ਕਰਕੇ ਆਪ ਜੀ ਦੇ ਲਈ ਮੁਸ਼ਕਲ ਹੋ ਜਾਵੇਗੀ। ਦੂਸਰਾ, ਅੰਮ੍ਰਿਤਸਰ ਦੀ ਧਰਤੀ ਤੇ ਕੁਝ ਕਾਰਜ ਆਰੰਭੇ ਹੋਏ ਹਨ, ਇਸ ਕਰਕੇ ਮੈਂ ਨਹੀਂ ਜਾ ਸਕਦਾ ਤੇ ਮੈਂ ਇਸ ਤਰ੍ਹਾਂ ਕਰਦਾ ਹਾਂ, ਮੈਂ ਆਪਣੇ ਪੁੱਤਰਾਂ ਦੇ ਵਿੱਚੋਂ ਆਪਣੇ ਪੁੱਤਰਾਂ ਨੂੰ ਭੇਜ ਦਿੰਦਾ ਹਾਂ। ਕਹਿੰਦੇ ਠੀਕ ਹੈ, ਬਹੁਤ ਵਧੀਆ ਹੋਵੇਗਾ ਜੇ ਤੁਸੀਂ ਤਿੰਨਾਂ ਪੁੱਤਰਾਂ ਨੂੰ ਭੇਜ ਦਵੋ। ਤੇ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਿਹਾ ਤਿੰਨਾਂ ਪੁੱਤਰਾਂ ਨੂੰ ਨਹੀਂ, ਇੱਕ ਪੁੱਤਰ ਜਿਹੜਾ ਉਹ ਜਾਵੇਗਾ। ਚਲੋ ਪਹਿਲਾਂ ਬਾਬਾ ਪ੍ਰਿਥੀ ਚੰਦ ਜੀ ਨੂੰ ਪੁੱਛਿਆ ਤੇ ਪ੍ਰਿਥੀ ਚੰਦ ਨੇ ਤੇ ਕਹਿ ਦਿੱਤਾ ਕਿ ਗੁਰੂ ਰਾਮਦਾਸ ਜੀ, ਗੁਰੂ ਸਾਹਿਬ ਜੀ, ਪਿਤਾ ਜੀ, ਜੇਕਰ ਮੈਂ ਚਲਾ ਗਿਆ ਤੇ ਅੰਮ੍ਰਿਤਸਰ ਦਾ ਪ੍ਰਬੰਧ ਹੀ ਖਤਮ ਹੋ ਜਾਵੇਗਾ, ਜੇਕਰ ਮੈਂ ਚਲਾ ਗਿਆ ਤੇ ਗੁਰੂ ਘਰ ਨੂੰ ਤਾਲੇ ਲੱਗ ਜਾਣਗੇ, ਇਸ ਲਈ ਮੈਂ ਤੇ ਨਹੀਂ ਜਾ ਸਕਦਾ, ਕਿਉਂਕਿ ਉਹਦੇ ਅੰਦਰ ਖੋਟ ਸੀ ਕਿਤੇ ਮੈਂ ਚਲਾ ਗਿਆ ਤੇ ਬਾਅਦ ਵਿੱਚ ਗੁਰਤਾ ਗੱਦੀ ਕਿਸੇ ਹੋਰ ਪੁੱਤਰ ਨੂੰ ਨਾ ਗੁਰੂ ਸਾਹਿਬ ਜੀ ਦੇ ਦੇਣ। ਬਾਬਾ ਮਹਾਦੇਵ ਜੀ ਨੂੰ ਪੁੱਛਿਆ ਗਿਆ, ਉਹਨਾਂ ਨੇ ਵੀ ਇਨਕਾਰੀ ਕਰ ਦਿੱਤੀ ਕਿ ਮੈਂ ਰਿਸ਼ਤੇਦਾਰੀਆਂ ਤੇ ਪਰਿਵਾਰਾਂ ਤੋਂ ਕੀ ਲੈਣਾ, ਮੈਨੂੰ ਤਾਂ ਕੋਈ ਇਹਨਾਂ ਦੀ ਲੋੜ ਨਹੀਂ। ਫਿਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪੁੱਛਿਆ ਗਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਇਹ ਤਾਂ ਆਨੰਦ ਦਾ ਕਾਰਜ ਹੈ, ਇਹ ਤਾਂ ਖੁਸ਼ੀ ਦਾ ਕਾਰਜ ਹੈ। ਕਹਿੰਦੇ ਪਿਤਾ ਗੁਰੂ ਜੀ, ਤੁਸੀਂ ਕਿਤੇ ਕੋਈ ਐਸਾ ਕਾਰਜ ਵੀ ਕਹੋ ਜਿਹਦੇ ਤੇ ਮੈਨੂੰ ਆਪਣਾ ਆਪ ਬਲੀਦਾਨ ਕਰਨਾ ਪੈ ਜਾਵੇ, ਮੈਂ ਉਹ ਵੀ ਆਪ ਜੀ ਦੇ ਆਖੇ ਲਾ ਕੇ ਉਹ ਵੀ ਕਾਰਜ ਸੰਪੂਰਨ ਕਰਾਂਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਅੰਮ੍ਰਿਤਸਰ ਦੀ ਧਰਤੀ ਤੋਂ ਚੱਲਣ ਲੱਗੇ ਹਨ ਤੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿਹਾ, ਪੁੱਤਰ ਇੱਕ ਗੱਲ ਦਾ ਖਿਆਲ ਕਰੀ, ਤੂੰ ਚੱਲਿਆ ਹੈ ਆਨੰਦ ਕਾਰਜ ਵਾਸਤੇ, ਆਨੰਦ ਕਾਰਜ ਹੋ ਜਾਣੇ ਹਨ, ਇਹ ਨਾ ਹੋਵੇ ਤੂੰ ਆਨੰਦ ਕਾਰਜ ਤੋਂ ਬਾਅਦ ਵਾਪਸ ਆ ਜਾਵੇਂ। ਇੱਕ ਮੇਰੀ ਗੱਲ ਸੁਣ, ਜਦੋਂ ਤੈਨੂੰ ਬੁਲਾਇਆ ਜਾਵੇ ਉਦੋਂ ਹੀ ਆਉਣਾ ਹੈ। ਸਾਧ ਸੰਗਤ ਜੀ, ਇੱਥੋਂ ਜਿਹੜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਤਾ ਗੱਦੀ ਦੀ ਸ਼ੁਰੂਆਤ ਉਹ ਇੱਥੋਂ ਹੋ ਰਹੀ ਹੈ, ਦ੍ਰਿੜਤਾ ਇੱਥੋਂ ਹੋ ਰਹੀ ਹੈ ਕਿ ਜਦੋਂ ਤੈਨੂੰ ਬੁਲਾਇਆ ਜਾਵੇ ਤੂੰ ਉਦੋਂ ਹੀ ਆਉਣਾ ਹੈ, ਆਪਣੀ ਮਰਜ਼ੀ ਦੇ ਨਾਲ ਤੂੰ ਨਹੀਂ ਆਉਣਾ। ਕਾਰਜ ਦੀ ਸੰਪੰਨਤਾ ਹੋਈ, ਕਾਫੀ ਸਮਾਂ ਹੋ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਚਲੋ ਹੱਲੇ ਗੁਰਤਾ ਗੱਦੀ ਤੇ ਨਹੀਂ ਬਿਰਾਜਮਾਨ ਸਨ, ਲੇਕਿਨ ਆਪਾਂ ਜਦੋਂ ਵੀ ਉਹਨਾਂ ਦੀ ਗੱਲ ਕਰਾਂਗੇ ਨਾਲ ਸ਼ਬਦ ਗੁਰੂ ਹੀ ਲਗਾ ਕੇ ਕਰਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਬਿਹਬਲਤਾ ਪੈਦਾ ਹੋਈ, ਉਹਨਾਂ ਦੇ ਅੰਦਰ ਤਾਂਗ ਪੈਦਾ ਹੋਈ। ਤੇ ਦੇਖੋ, ਤਾਂਗ ਮਾਂ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਆਪਣੇ ਭਰਾਵਾਂ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਆਪਣੇ ਪਿਤਾ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ, ਤਾਂਗ ਅੰਮ੍ਰਿਤਸਰ ਦੀ ਸੰਗਤ ਨੂੰ ਮਿਲਣ ਵਾਸਤੇ ਨਹੀਂ ਪੈਦਾ ਹੋਈ। ਉਹਨਾਂ ਦੀ ਆਪਣੀ ਬਾਣੀ ਹੈ, ਆਪਣੀ ਬਾਣੀ ਵਿੱਚ ਕਹਿੰਦੇ ਹਨ ਕਿ ਉਹਨਾਂ ਦੇ ਅੰਦਰ ਤਾਂਗ ਕਾਦੇ ਵਾਸਤੇ ਪੈਦਾ ਹੋਈ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਗੁਰੂ ਨੂੰ ਮਿਲਣ ਵਾਸਤੇ ਉਹਨਾਂ ਦੇ ਅੰਦਰ ਜਿਹੜੀ ਤਾਂਗ ਪੈਦਾ ਹੋਈ। ਮੇਰੇ ਕਹਿਣ ਤੋਂ ਭਾਵ ਜਦੋਂ ਸਾਡੇ ਅੰਦਰ ਵੀ ਗੁਰੂ ਨੂੰ ਮਿਲਣ ਦੇ ਲਈ ਤਾਂਗ ਪੈਦਾ ਹੁੰਦੀ ਹੈ, ਜਿਹਨੂੰ ਬਾਬਾ ਫਰੀਦ ਜੀ ਕਹਿੰਦੇ ਹਨ, ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਅੰਦਰ ਇੱਕ ਤਾਂਗ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ, ਅੰਦਰ ਇੱਕ ਬਿਹਬਲਤਾ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ, ਅੰਦਰ ਇੱਕ ਤੜਪ ਪੈਦਾ ਹੋਣੀ ਚਾਹੀਦੀ ਹੈ ਗੁਰੂ ਨੂੰ ਮਿਲਣ ਦੀ। ਉਹਨਾਂ ਦੇ ਅੰਦਰ ਜਿਹੜੀ ਬਿਹਬਲਤਾ ਪੈਦਾ ਹੋਈ, ਤੜਪ ਪੈਦਾ ਹੋਈ, ਤਾਂਗ ਪੈਦਾ ਹੋਈ, ਉਹ ਕਿਸੇ ਦੁਨਿਆਵੀ ਰਿਸ਼ਤੇਦਾਰਾਂ ਵਾਸਤੇ ਨਹੀਂ ਪੈਦਾ ਹੋਈ, ਉਹ ਪੈਦਾ ਹੋਈ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰੀਕੀ ਨਿਆਈ, ਤ੍ਰਿਖਾ ਨਾ ਉਤਰੇ ਸੰਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜਿਉ। ਉਹਨਾਂ ਦੇ ਅੰਦਰ ਇਹ ਬਿਹਬਲਤਾ ਪੈਦਾ ਹੋਈ। ਚਲੋ ਇਤਿਹਾਸਕਾਰ ਲਿਖਦੇ ਹਨ, ਉਹਨਾਂ ਨੇ 2 ਪੱਤਰਕਾਵਾਂ ਭੇਜੀਆਂ, 3 ਭੇਜੀਆਂ। ਇਹਨਾਂ ਪੱਤਰਕਾਵਾਂ ਨੂੰ ਹੀ ਬਾਅਦ ਵਿੱਚ ਬਾਣੀ ਦਾ ਰੂਪ ਜਿਹੜਾ, ਬਾਣੀ ਦਾ ਨਾਮ ਜਿਹੜਾ ਉਹ ਦਿੱਤਾ ਗਿਆ। ਉਹਨਾਂ ਨੇ ਪੱਤਰਕਾਵਾਂ ਭੇਜੀਆਂ। ਗੁਰੂ ਰਾਮਦਾਸ ਜੀ ਮਹਾਰਾਜ ਨੇ ਉਹਨਾਂ ਨੂੰ ਲਾਹੌਰ ਦੀ ਧਰਤੀ ਤੋਂ ਬਾਬਾ ਬੁੱਢਾ ਜੀ ਨੂੰ ਭੇਜ ਕੇ ਮੰਗਾਇਆ। ਉਹਨਾਂ ਨੂੰ ਮੰਗਾਇਆ ਗਿਆ। ਜਦੋਂ ਮੰਗਾਇਆ ਗਿਆ ਤੇ ਪਤਾ ਲੱਗਿਆ
ਉਹਨਾਂ ਨੇ ਪਰਖਿਆ, ਪਰਖ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪੂਰੇ ਉਤਰੇ ਤੇ ਉਹਨਾਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਗਿਆ। ਇਸ ਗੱਲ ਨੂੰ ਦੇਖ ਕੇ ਪ੍ਰਿਥੀ ਚੰਦ ਦੇ ਅੰਦਰ ਜਿਹੜਾ ਗੁੱਸਾ ਆ ਗਿਆ, ਉਹਨੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਨਾਲ ਝਗੜਾ ਕੀਤਾ, ਜਿਹਨੂੰ ਫਿਰ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ, ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿਨਸਿਓ ਝਗਰਤ ਪਾਪ। ਕਹਿੰਦੇ ਤੂੰ ਸਭ ਤੋਂ ਵੱਡਾ ਪਾਪੀ ਹੈ ਜਿਹੜਾ ਆਪਣੇ ਪਿਓ ਦੇ ਨਾਲ ਕਹਿੰਦੇ ਤੂੰ ਝਗੜਦਾ ਹੈ। ਖੈਰ ਆਪਾਂ ਅੱਗੇ ਚਲੀਏ। ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਆਪਣੇ ਪੁੱਤਰ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਇੱਥੇ ਭਾਈ ਗੁਰਦਾਸ ਜੀ ਇੱਕ ਬੜੀ ਪਿਆਰੀ ਵਾਰ ਲਿਖਦੇ ਆ। ਭਾਈ ਗੁਰਦਾਸ ਜੀ ਲਿਖਦੇ ਹਨ, ਦਿਚੈ ਪੂਰਬ ਦੇਵ ਨਾ ਜਿਸ ਦੀ ਵਸਤ ਤਿਸੇ ਘਰ ਆਵੇ। ਕਹਿੰਦੇ ਇਹ ਜਿਹੜਾ ਹੈ ਇਹ ਪਹਿਲਾਂ ਦਾ ਕਹਿੰਦੇ ਲਿਖਿਆ ਹੋਇਆ ਹੈ ਕਿ ਜਿਹੜੀ ਵਸਤੂ ਹੈ ਉਸਨੇ ਕਿਸ ਦੇ ਘਰ ਦੇ ਵਿੱਚ ਜਾਣਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ, ਦਿਚੈ ਪੂਰਬ ਦੇਵ ਨਾਮ ਜਿਸ ਦੀ ਵਸਤ ਤਿਸੇ ਘਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਉਲਟਾ ਖੇਲ ਖਸਮ ਦਾ ਉਲਟੀ ਗੰਗ ਸਮੁੰਦਰ ਸਮਾਵੇ। ਫਿਰ ਮਹਾਰਾਜ ਕਹਿੰਦੇ, ਦਿੱਤਾ ਲਈਏ ਆਪਣਾ। ਇਸ ਪੰਕਤੀ ਤੇ ਖਿਆਲ ਕਰੋ, ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਆਪ ਨੂੰ ਸੇਵਾ ਜਿਹੜੀ ਸਮਰਪਣ ਕੀਤੀ ਹੈ। ਦਿੱਤਾ ਲਈਏ ਆਪਣਾ, ਅਨ ਦਿੱਤਾ ਕਿਛ ਹੱਥ ਨਾ ਆਵੇ। ਤੇ ਭਾਈ ਗੁਰਦਾਸ ਜੀ ਫਰਮਾਉਂਦੇ, ਫਿਰ ਆਈ ਕਰ ਅਰਜਨੇ। ਫਿਰ ਆਈ ਉਹ ਜਿਹੜੀ ਗੁਰਤਾ ਗੱਦੀ ਸੀ ਅਰਜਨ ਦੇ ਘਰ ਚ ਆਈ, ਅਰਜਨ ਦੇ ਹਿਰਦੇ ਵਿੱਚ ਆਈ। ਫਿਰ ਆਈ ਕਰ ਅਰਜਨੇ, ਪੁੱਤ ਸੰਸਾਰੀ ਗੁਰੂ ਕਹਾਵੇ। ਪੁੱਤ ਪਹਿਲਾਂ ਸੰਸਾਰੀ ਸੀ, ਲੇਕਿਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅੱਜ ਜਿਹੜਾ ਪੁੱਤ ਹੈ ਉਹ ਗੁਰੂ ਬਣ ਕੇ ਸਿੰਘਾਸਣ ਦੇ ਉੱਪਰ ਬੈਠ ਗਿਆ। ਮਾਂ ਭਾਈ ਗੁਰਦਾਸ ਜੀ ਇਸ ਗੱਲ ਤੇ ਮੋਹਰ ਲਾਉਂਦੇ ਆ, ਫਿਰ ਆਈ ਕਰ ਅਰਜਨੇ ਪੁੱਤ ਸੰਸਾਰੀ ਗੁਰੂ ਕਹਾਵੇ। ਗੁਰੂ ਜਦੋਂ ਗੁਰੂ ਅਰਜਨ ਦੇਵ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਦੇਵ ਜੀ ਆਪਣੇ ਪੁੱਤਰ ਨੂੰ ਸਿੰਘਾਸਣ ਦੇ ਉੱਪਰ ਬਿਰਾਜਮਾਨ ਕੀਤਾ ਤੇ ਉਸ ਤੋਂ ਕੁਝ ਕੀ ਦਿਨਾਂ ਬਾਅਦ ਗੁਰੂ ਰਾਮਦਾਸ ਜੀ ਨੇ ਕਿਹਾ, ਪੁੱਤਰ ਇੱਕ ਮੈਂ ਤੇਰੇ ਅੱਗੇ ਅਰਜ਼ ਕਰਨਾ ਚਾਹੁੰਦਾ। ਪਿਤਾ ਜੀ ਬੋਲੋ। ਪਿਤਾ ਜੀ ਹੁਕਮ ਕਰੋ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਹਿੰਦੇ, ਪੁੱਤ ਮੈਨੂੰ ਗੋਇੰਦਵਾਲ ਦੀ ਧਰਤੀ ਤੇ ਲੈ ਜਾ। ਕਿਉਂਕਿ ਪੰਕਤੀ ਹੈ, ਦੇਵਪੁਰੀ ਮੈਂ ਗਇਓ, ਇੱਥੋਂ ਹੁਣ ਦੇਵਪੁਰੀ ਮੈਂ ਗਇਓ। ਕਹਿੰਦੇ ਪੁੱਤ ਮੈਨੂੰ ਗੋਇੰਦਵਾਲ ਦੀ ਧਰਤੀ ਤੇ ਲੈ ਜਾ। ਤੇ ਉੱਥੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੁੱਛਿਆ, ਕਹਿੰਦੇ ਪਿਤਾ ਜੀ ਗੋਇੰਦਵਾਲ ਹੀ ਕਿਉਂ ਜਾਣਾ ਚਾਹੁੰਦੇ ਹੋ? ਫਿਰ ਉੱਥੇ ਫਿਰ ਇਤਿਹਾਸਕਾਰ ਲਿਖਦੇ, ਵਿਦਵਾਨ ਲਿਖਦੇ, ਬੜੇ ਇਹਨੂੰ ਸ਼ਿੰਗਾਰ ਕੇ ਲਿਖਦੇ, ਕਹਿੰਦੇ ਗੋਇੰਦਵਾਲ ਦੀ ਧਰਤੀ ਇੱਕ ਐਸੀ ਹੈ ਜਿੱਥੇ ਮੇਰੀ ਨਾਨੀ ਨੇ ਮੇਰੀ ਬਾਂਹ ਜਿਹੜੀ ਸੀ ਗੁਰੂ ਅਮਰਦਾਸ ਨੂੰ ਫੜਾਈ। ਮੈਂ ਤਾਂ ਗੋਇੰਦਵਾਲ ਦੀ ਧਰਤੀ ਤੇ ਜਾਣਾ ਚਾਹੁੰਦਾ। ਗੋਇੰਦਵਾਲ ਦੀ ਧਰਤੀ ਐਸੀ ਹੈ ਜਿੱਥੇ ਮੈਨੂੰ ਭਾਨੀ ਵਰਗੀ ਜੀਵਨ ਸਾਥਣ ਮਿਲੀ। ਮੈਂ ਤਾਂ ਉਸ ਧਰਤੀ ਤੇ ਜਾਣਾ ਚਾਹੁੰਦਾ। ਗੋਇੰਦਵਾਲ ਦੀ ਧਰਤੀ ਐਸੀ ਹੈ ਜਿੱਥੇ ਗੁਰੂ ਅਮਰਦਾਸ ਨੇ ਮੇਰੇ ਸਿਰ ਦੇ ਉੱਪਰੋਂ ਮਿੱਟੀ ਦੀ ਟੋਕਰੀ ਪਰੇ ਕਰਕੇ ਗੁਰਿਆਈ ਦਾ ਛਤਰ ਸਿੰਘਾਸਨ ਜਿਹੜਾ ਸੀਗਾ ਉਹ ਮੇਰੇ ਸਿਰ ਦੇ ਉੱਪਰ ਸਜਾਇਆ। ਮੈਂ ਤਾਂ ਗੋਇੰਦਵਾਲ ਜਾਣਾ ਚਾਹੁੰਦਾ ਹਾਂ। ਗੋਇੰਦਵਾਲ ਮੈਂ ਤਾਂ ਜਾਣਾ ਚਾਹੁੰਦਾ ਹਾਂ, ਉੱਥੇ ਮੈਂ ਕਿਸੇ ਸਮੇਂ ਬੋਲਿਆ ਸੀ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ साबिद तुम हर जानो आपे, हम रुलते फिरते कोई बात न पूछता, गुरु सतगुरु संग कीरे हम थापे। ਉੱਥੇ ਮੈਂ ਤਾਂ ਜਾਣਾ ਚਾਹੁੰਦਾ ਕਿ ਗੁਰੂ ਦਾ ਸੰਗ ਕਰਕੇ ਮੇਰੇ ਵਰਗੇ ਕੀੜੇ ਨੂੰ ਵੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਥਾਪ ਦਿੱਤਾ ਸੀਗਾ। ਮੈਂ ਉੱਥੇ ਤਾਂ ਜਾਣਾ ਚਾਹੁੰਦਾ। ਗੋਇੰਦਵਾਲ ਦੀ ਧਰਤੀ ਤੇ ਮੈਂ ਤਾਂ ਜਾਣਾ ਚਾਹੁੰਦਾ ਕਿਉਂਕਿ ਮੇਰੇ ਘਰ ਦੇ ਵਿੱਚ 3 ਪੁੱਤਰਾਂ ਦਾ ਜਿਹੜਾ ਆਗਮਨ ਜਿਹੜਾ ਉਹ ਗੋਇੰਦਵਾਲ ਦੀ ਧਰਤੀ ਤੇ ਹੋਇਆ। ਇਸ ਲਈ ਪੁੱਤ ਮੈਂ ਆਪਣੇ ਸਰੀਰ ਨੂੰ ਸਮੇਟਣਾ ਚਾਹੁੰਦਾ, ਇਸ ਲਈ ਮੈਨੂੰ ਗੋਇੰਦਵਾਲ ਦੀ ਧਰਤੀ ਤੇ ਲੈ ਜਾ। ਗੁਰੂ ਅਰਜਨ ਦੇਵ ਜੀ ਮਹਾਰਾਜ
नाल बाबा बुढ़ा जी, नाल माता भानी जी, ये सारे ही अमृतसर की धरती तो नाल कुछ सिख जिहड़े सी गोइंदवाल की धरती नूं चल पे। गोइंदवाल की धरती ते इतिहास लिखदा 28 अगस्त 28 अगस्त नूं जिहड़ा सीगा 28 अगस्त नूं उत्थों चले आ। 29 नूं 29 ते 30 ते 31 गुरु रामदास जी महाराज। 1 सितंबर नूं गुरु रामदास जी महाराज ने जिहड़ा अपना आसन बनवाया सी सिखां नूं कह के, ਉਹ ਜਿਹੜੇ ਆਸਣ ਦੇ ਉੱਪਰ ਜਾ ਕੇ ਬਿਰਾਜਮਾਨ ਹੋ ਗਏ और चिट्टी चादर जिहड़ी ताण के उन्होंने लत्तां तो अपने पैरों तो अपने सिर तक इस नूं देख के माता भानी जी ने उन्होंने डंडौत की, उन्होंने नमस्कार की और उन्होंने अपना जिहड़ा चोला सीगा वो समेट लिया। ते भाई साहब जी पट साहबान कहंदे, महाराज कहंदे देवपुरी मैं गयो, ਇਹੋ ही कहते परिपूर्ण परमात्मा नूं कहते पाउंदा सीगा। देवपुरी मैं गयो आप परमेश्वर भायो, ਇਹੋ ही पाउंदा सीगा। हर सिंघासन दियो श्री गुर तह बिठायो। हुण परमात्मा ने की कीता कि अपना सिंघासन जिहड़ा सी वो छड्ड के ते उत्थे गुरु रामदास जी नूं बिठा दिता। और इहदे बारे मैं आप जी दे नाल जदों गुरु रामदास जी महाराज इस रूहे जमीन ते सन, उस समय रामकली की वार पढ़ के देखो। रामकली की वार भी कह रही है धन धन रामदास गुर जिन सिरिया जे रूहे जमीन ते हन। उस समय भी परिपूर्ण परमात्मा ने गुरु रामदास जी नूं गुरता गद्दी ते विराजमान किया। भाई अपने रामकली की वार विच बाबा सत्ता जी फरमाउंदे हन, धन धन रामदास गुर जिन सिरिया तिने सवारिया, पूरी होई करामात आप सिरजनहारे धारिया। ते फिर होया कि सिक्खी अते संगति पार भ्रम कर नमस्कारिया। सिखा ने अते संगतां ने धन धन गुरु रामदास जी नूं परमात्मा दा रूप ही जान के उन्हां दे पैरां दे विच उन्हां ने मत्था टेक दिता, उन्हां दे चरनां दे विच उन्हां ने डंडौत कर दिती। इत्थे महाराज इत्थे पट साहिबान फरमाउंदे हन, हर सिंघासन दियो श्री गुर तह बिठायो। परमात्मा ने अपना सिंघासन दिता। मैं इहदे नाल ना एक होर भाई गुरदास जी नूं पुछना चाहांगा। गुरु भाई गुरदास जी ना एक सनातन मत की उदाहरण दिंदे आ। सनातन मत की एक साखी है, उहदे उत्ते भाई गुरदास जी मोहर लांदे आ। वो साखी की है? द्वारका दी नगरी दे श्री कृष्ण जी सिंघासन ते विराजमान हन ते श्री कृष्ण जी बहुत अमीर हन और दुनिया उन्होंने ਉਹ ਜਿਹੜੀ ਉਹਨਾਂ ਦੇ ਨਾਲ ਦੁਨੀਆ ਸਨਾਤਨ ਮਤ ਬਾਰੇ ਉਹਨਾਂ ਨੂੰ ਭਗਵਾਨ ਦਾ ਰੂਪ ਮੰਨਦੇ ਹਨ ਤੇ ਉਹਨਾਂ ਦੀ ਮਹਿਮਾ ਸੁਣ ਕੇ ਉਹਨਾਂ ਦਾ ਬਚਪਨ ਦਾ ਦੋਸਤ, ਬਚਪਨ ਦਾ ਮਿੱਤਰ ਜਿਹੜਾ ਸੁਦਾਮਾ, ਉਹਨੂੰ ਪਤਾ ਲੱਗਾ ਕਿ ਮੇਰਾ ਦੋਸਤ ਜਦੋਂ ਅਸੀਂ ਇਕੱਠੇ ਹੀ ऋषि संदीपनी दे कोलों, गुरु संदीपनी दे कोलों असी गुरु सिक्ख्या लैंदे सां ते असी इकट्ठे सीगे, इकट्ठे पाठशाला जांदे सीगे ते अज मैनू पता लगा कि मेरा मित्र जिहड़ा कृष्ण है वो द्वारका दी धरती दा राजा है, उत्थे सिंघासन ते विराजमान हन और लोग उसनू भगवान करके मनदे हन। क्यों ना मैं भी उहदे कोल जावां? आफ्टर ऑल मेरा दोस्त तो है ही है बचपन का, मैं जाके देखदा कि मैनू पहचानदा भी है कि नहीं पहचानदा। हो सकता मैनू पहचाने ते मेरी गरीबी जिहड़ी है, मेरी कंगाली जिहड़ी है वो कट दवे। क्योंकि सुदामा जिहड़ा सीगा वो अपने शहर तो द्वारका दी धरती वल गया। जदों द्वारका दी धरती वल गया ते जाके उन्हें सिंघासन ते बैठे सी, तन तन अपने सिंघासन ते बैठे सीगे हर अपने कृष्ण जी महाराज। जदों कृष्ण जी महाराज बैठे तो उन्होंने दरबार नूं जाके कहा, उन्होंने मंत्री नूं जिहड़ा दरवाजे ते खड़ा सी उन्होंने जाके कहा कि कृष्ण जी नूं कहो तुहाडा बचपन दा दोस्त सुदामा तुहानूं मिलण वास्ते आया।
बचपन का दोस्त सुदामा तुहानू मिलन वास्ते आया। ते जदों ये सोए जिहड़ी सीगी कृष्ण जी दे कन्नां विच पई ते उन्हां ने की कीता, उहदा पूरा जिक्र भाई गुरदास जी अपनी वार दे विच लिखदे। भाई गुरदास जी फरमाउंदे, पहुता नगर द्वारका, पहुता नगर पहुंच गए कहंदे द्वारका, पहुता नगर द्वारका, सिंह द्वार जाए खलोता। जिहड़ा दरबान सीगा वो उन्हां दे दरबार दे बाहर जिहड़ा सीगा खड़ा सीगा। सिंह द्वार जाए खलोता। फिर की होया, दूरों देख डंडौत कर, दूरों देख डंडौत कर, हर सिंघासन छड्ड जी आए। श्री कृष्ण जी ने उन्होंने देखिया ते जदों देखिया दूरों ही देख के ते लागे आके उन्होंने डंडौत की, उन्होंने वंदना की और अपना सिंघासन जिहड़ा छड्ड के वो आ गए, उन्होंने मिलने वास्ते आ गए। फिर की होया, पहलों दे परदक्षिणा, पहला कृष्ण जी ने उन्हां दी परदक्षिणा की, उन्हां दा फेरा लिया। पहलों दे परदक्षिणा, उन्हां दी परदक्षिणा करके पैरी पै के लै गल लाए, उन्हां दे चरनां नूं हथ ला के उन्हां नूं अपने गल नाल लाया, अपने दोस्त नूं मिले। इहदे विचों ना एक अमीर दोस्त ते एक गरीब दोस्त की भी गल आउंदी है। देखो अमीर दोस्त नूं चाहीदा जे अज कल उहदे कोल 4 कौडियां हन, 4 पैसे हन ते अपने किसी दोस्त की वो मदद करे। भाई गुरदास जी लिखदे, पहलों दे परदक्षिणा, पैरी पै के लै गल लाए, पैरी पै के लै गल लाए। फिर अगे भाई गुरदास जी लिखदे हन, उन्होंने की किया, चरणोदक पैर धोए, उन्हां दे चरनां दे पैरां नूं उन्हां दे चरनां नूं उन्होंने धोया। चरणोदक लै पैर धोए, सिंघासन उत्ते बिठाए ते अपने दोस्त नूं सुदामा नूं उन्होंने अपने सिंघासन दे उपर बिठाया। इत्थे ना एक हिंदी साहित्य दा कवि है जी नरोत्तम जी, कवि नरोत्तम बहुत उन्होंने हिंदी दे साहित्य दे विच अपना जिहड़ा कारज कीता, अपनियां कवितावां लिखियां। वो भी जदों इस गल नूं लिखदे ना, उन्हां दे लिखण दा अपना एक अंदाज है। वो लिखदे हन, सुदामा की देख दीन दशा, सुदामा दी गरीबी देख के करुणा करके करुणानिध रोए, उहदे उपर तरस करके श्री कृष्ण जी उन्होंने देख के रोए। सुदामा की देख दीन दशा, करुणा करके करुणानिध रोए। ते फिर की कीता, हथ ना पहुंचे पानियां, कहंदे उन्हां दा हथ जिहड़ा सी ना, वो जिहड़ा थाल दे विच पानी पाया सी उहदे तक नहीं पहुंचिया। ते फिर की होया, नैनी देख, नैना दे नाल नैनी रो के पग धोए, उन्होंने अपने नैना दे नाल अपनियां अखां दे जिहड़ा आंसू सीगा उन आंसू दे नाल उन्होंने उन्हां दे चरण धोए। मेरे कहण तो मतलब इत्थे पट साहिबान जी फरमाउंदे, हर सिंघासन दियो श्री गुरु तह बिठायो, परिपूर्ण परमात्मा ने अपना सिंघासन जिहड़ा सी ना वो धन धन गुरु रामदास जी महाराज नूं दे दिता और उत्थे बिठा दिता। फिर अगे की होया, महाराज फरमाउंदे हन, रहस कियो सुरदेव जेड़े उथों दे देवी ते देवते सन वो आनंद विच आए। रहस कियो सुरदेव तोहे जस जय जय जंपे, और वो गुरु रामदास जी महाराज दी जय जयकार कर रहे हैं। असी एक बचन पढ़ते हैं गुरु गोबिंद सिंह जी महाराज दा, वो धन धन गुरु तेग बहादुर जी महाराज दे इस रूहे जमीन नूं छड्ड के जाण दी गल लिखते हैं। महाराज फरमाउंदे हैं, गुरु गोबिंद सिंह जी, ठीकर फोर दलीस सिर प्रपुर किया प्यान, तेग बहादुर सी किरिया करी न किन्हू आन, तेग बहादुर के चलत भयो जगत को शोक, है सब जग भयो जय 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 सुर लोक, जय 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 सुर लोक। वो इस मात लोक की गल भी करते हैं ते परलोक की गल भी करते हैं। गुरु गोबिंद सिंह जी महाराज फरमाउंदे हैं, है
सब जग पयो जय 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 सुर लोक। एक प्रमाण यह है कि ਜਿਹੜੇ सुर लोक ਹਨ, ਜਿਹੜੇ ਚੰਗੇ ਕੰਮ ਕਰਕੇ ਜਾਂਦੇ ਹਨ, ਉਹਨਾਂ ਦੀ ਜੈ ਜੈਕਾਰ ਕਰਦੇ। ਆਪਾਂ ਇਹਨੂੰ ਸਿੰਪਲ ਲੈ ਲਈਏ। ਬਾਬਾ ਕਬੀਰ ਜੀ ਤਾਂ ਇੱਥੋਂ ਤੱਕ ਫਰਮਾਉਂਦੇ ਆ, ਕਹਿੰਦੇ ਜਦੋਂ ਮੇਰਾ ਰੱਬ ਦੇ ਨਾਲ ਵਿਆਹ ਹੋਣ ਲੱਗਾ ਨਾ, ਕਹਿੰਦੇ ਬਾਬਾ ਕਬੀਰ ਜੀ ਉਹਨਾਂ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਤਨ ਰੈਨੀ ਮਨ ਪੁਨਰਪ ਕਰਹੂੰ ਪਾਂਚੋ ਤਤ ਬਾਰਾਤੀ ਰਾਮ ਰਾਇ ਸਿਓ ਭਾਵਰ ਲੈਹੂੰ ਆਤਮ ਤਿਹ ਰੰਗ ਰਾਤੀ। ਬਾਬਾ ਕਬੀਰ ਜੀ ਕਹਿੰਦੇ ਜਦੋਂ ਮੇਰੇ ਫੇਰੇ ਹੋਣ ਲੱਗੇ ਨਾ, ਕਹਿੰਦੇ ਰੱਬ ਦੇ ਨਾਲ, ਉਸ ਸਮੇਂ ਕੀ ਹੋਇਆ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ। ਕਹਿੰਦੇ ਮੇਰੇ ਵਿਆਹ ਤੇ ਜਦੋਂ ਰੱਬ ਨਾਲ ਵਿਆਹ ਹੋਣ ਲੱਗਾ, ਪਰਮਾਤਮਾ ਨਾਲ ਵਿਆਹ ਹੋਣ ਲੱਗਾ, ਇਹ ਸਾਰੇ ਦੇਵਤੇ ਬਰਾਤੀ ਬਣ ਕੇ ਮੇਰੇ ਆਏ। ਕਹਿੰਦੇ ਇਹ ਬਾਬਾ ਕਬੀਰ ਜੀ ਦੀ, ਬਾਬਾ ਕਬੀਰ ਜੀ ਦਾ, ਭਗਤ ਕਬੀਰ ਜੀ ਦਾ ਬਚਨ ਹੈ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ। ਉਜਾਨਾ ਦਾ ਅਖਰੀ ਅਰਥ ਹੈ ਬਿਬਾਨ। ਜਿੱਦਾਂ ਆਪਾਂ ਹੁਣ ਬਰਾਤ ਤੇ ਜਾਂਦੇ ਆ ਤੇ ਗੱਡੀਆਂ ਲੈ ਕੇ ਜਾਂਦੇ ਨਾ, ਕਹਿੰਦੇ 33 ਕਰੋੜ ਦੇਵੀ ਦੇਵਤੇ ਜਿਹੜੇ ਸੀ ਨਾ, ਉਹ ਮੇਰੇ ਕਹਿੰਦੇ ਬਰਾਤ ਤੇ ਆਏ ਤੇ ਆਪਣੇ ਬਿਬਾਨ ਲੈ ਕੇ ਆਏ। ਬਾਬਾ ਕਬੀਰ ਜੀ ਫਰਮਾਉਂਦੇ, ਸੁਰ ਨਰ ਮੁਨਜਨ ਕੌਤਕ ਆਏ ਕੋਟ 33 ਉਜਾਨਾ, ਕਹੇ ਕਬੀਰ ਮੋਹਿ ਵਿਆਹੇ ਚਲੇ ਹੈ ਏਕ ਪੁਰਖ ਭਗਵਾਨਾ। ਕਹਿੰਦੇ ਮੈਨੂੰ ਵਿਆਹ ਕੇ ਕਹਿੰਦੇ ਲੈ ਚੱਲੇ ਆ, ਪਰਮਾਤਮਾ ਮੈਨੂੰ ਵਿਆਹ ਕੇ ਲੈ ਚੱਲਿਆ। ਮੇਰੇ ਕਹਿਣ ਤੋਂ ਭਾਵ ਕਿ ਹਰ ਸਿੰਘਾਸਨ ਦਿਓ ਸ੍ਰੀ ਗੁਰੂ ਤਹਿ ਬਿਠਾਇਓ, ਰਹਸ ਕੀਓ ਸੁਰਦੇਵ ਰਹਿਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੇ। ਜਿਹੜੇ ਸੁਰ ਲੋਕ ਹਨ ਉਹ ਜਦੋਂ ਚੰਗਾ ਕਾਰਜ ਕਰਕੇ ਜਾਂਦੇ ਹਨ, ਉਦੋਂ ਉਹਨਾਂ ਦੀ ਸਿਫਤ ਤੇ ਸਲਾਹ ਕਰਦੇ ਹਨ। ਤੇ ਗੁਰੂ ਰਾਮਦਾਸ ਜੀ ਮਹਾਰਾਜ ਤਾਂ ਆਪ ਹੀ ਹਨ। ਮਹਾਰਾਜ ਫਰਮਾਉਂਦੇ ਹਨ, ਪਟ ਸਾਹਿਬਾਨ ਉਹਨਾਂ ਦੀ ਜਦੋਂ ਸਿਫਤ ਕਰਦੇ ਹਨ ਨਾ, ਤੇ ਗੁਰੂ ਰਾਮਦਾਸ ਜੀ ਕਹਿੰਦੇ, ਤੂੰ ਸਤਿਗੁਰੂ ਚੌਂ ਜੁਗੀ ਆਪ ਆਪੇ ਪਰਮੇਸ਼ਰ, ਆਪ ਆਪੇ, ਇਹ ਉਹਨਾਂ ਦੀ ਸਿਫਤ ਕਰਦੇ ਹਨ। ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇਵਪੁਰੀ ਮੈਂ ਗਇਓ, ਮਹਾਰਾਜ ਕਹਿੰਦੇ ਜਦੋਂ ਦੇਵਪੁਰੀ ਚ ਗਏ, ਇਹ 3 ਜਿਹੜੀਆਂ ਪੰਕਤੀਆਂ ਸੀ ਨਾ, ਇਹ ਦੇਵਪੁਰੀ ਦੇ ਬਾਰੇ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗਏ ਆ ਇਸ ਰੂਹੇ ਜ਼ਮੀਨ ਨੂੰ ਛੱਡ ਕੇ, ਉਸ ਸਮੇਂ ਦੀ ਮਹਾਰਾਜ, ਉਸ ਸਮੇਂ ਦੀ ਪਾਠ ਸਾਹਿਬਾਨ ਗੱਲ ਕਰਦੇ। ਅਗਲੀ ਜਿਹੜੀ ਪੰਕਤੀ ਹੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ। ਹੁਣ ਅਸੁਰ ਦਾ ਕੀ ਅਰਥ ਹੈ? ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ, ਕਾਟੇ ਸੋ ਪਾਪ ਤਿਨ ਨਰੋਂ ਕੇ ਗੁਰੂ ਰਾਮਦਾਸ ਜਿਨ ਪਾਇਓ। ਇੱਥੋਂ ਮੈਂ ਸ਼ਬਦ ਸਟਾਰਟ ਕਰਨਾ ਚਾਹੁੰਦਾ। ਕਾਟੇ ਸੋ ਪਾਪ ਤਿੰਨ ਨਰੋਂ ਕੇ, ਇਹ ਆਪਾਂ ਹੁਣ ਮਾਤਲੋਕ ਵਿੱਚ ਆ ਜਾਈਏ। ਹੇਠਾਂ ਇਹ ਜੋ ਮੈਂ ਸੋਚਿਆ ਇਸ ਸ਼ਬਦ ਦੇ ਬਾਰੇ, ਜਿਹੜੀਆਂ ਪਹਿਲੀਆਂ 3 ਪੰਕਤੀਆਂ ਸੀਗੀਆਂ ਉਹ ਪਰਲੋਕ ਦੇ ਬਾਰੇ ਸੀਗੀਆਂ, ਔਰ ਜਿਹੜੀਆਂ ਅਗਲੀਆਂ 3 ਪੰਕਤੀਆਂ ਉਹ ਮਾਤਲੋਕ ਦੇ ਬਾਰੇ। ਮਹਾਰਾਜ ਫਰਮਾਉਂਦੇ, ਕਾਟੇ ਸੋ ਪਾਪ ਤਿੰਨ ਨਰੋਂ ਕੇ ਰਾਮਦਾਸ ਗੁਰ ਰਾਮਦਾਸ ਜਿਨ ਪਾਇਓ। ਇੱਥੇ ਰੁਕੀ ਆਪਾਂ। ਜਿਸ ਦੇ ਹਿਰਦੇ ਦੇ ਵਿੱਚ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਵਾਸਾ ਹੋ ਗਿਆ, ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਬਣਾ ਲਿਆ, ਜਿਸ ਨੇ ਜ਼ਿੰਦਗੀ ਦੇ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਿਧਾਂਤ ਨੂੰ ਅਪਣਾ ਲਿਆ, ਉਹਨਾਂ ਦੇ ਪਾਪ ਜਿਹੜੇ ਆ ਉਹ ਕੱਟੇ ਗਏ। ਉਹਨਾਂ ਦੇ ਪਾਪ ਜਿਹੜੇ ਆ ਕੱਟੇ ਗਏ। ਆਪਾਂ 1-2 ਪ੍ਰਮਾਣ ਲਈਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਮਾਣ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਸੇਵਾ ਕੀਤੀ, ਜਿਹਨੇ ਸਤਿਗੁਰ ਦੀ ਸੇਵਾ ਕੀਤੀ, ਉਹਨਾਂ ਦੇ ਪਾਪ ਜਿਹੜੇ ਆ ਖਤਮ ਹੋ ਗਏ। ਇੱਕ ਹੋਰ ਪ੍ਰਮਾਣ, ਗੁਰੂ ਰਾਮਦਾਸ ਜੀ ਮਹਾਰਾਜ ਦੀ ਸਿਫਤ ਦੇ ਵਿੱਚ ਪਾਠ ਸਾਹਿਬਾਨ ਫਰਮਾਉਂਦੇ ਆ, ਕੱਚੋ ਕੰਚਨ ਭਇਓ। ਦੇਖੋ, ਕੱਚ ਤੋਂ ਕੰਚਨ ਬਣਨਾ, ਪੁਰਾਣੀ ਜਿਹੜੀ ਬਿਰਤੀ ਆ ਉਹ ਖਤਮ ਹੋ ਗਈ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਨੇ ਸੁਣਿਓ, ਸ਼ਬਦ ਗੁਰ ਸਰਵਨੇ ਸੁਣਿਓ। ਮਹਾਰਾਜ ਕਹਿੰਦੇ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤ ਗੁਰਮੁਖ ਭਣਿਓ। ਮੇਰੇ ਅੰਦਰ ਪਹਿਲਾਂ ਵਿਸ਼ੇ ਤੇ ਵਿਕਾਰ ਸੀਗੇ, ਜਦੋਂ ਗੁਰੂ ਰਾਮਦਾਸ ਜੀ ਨਾਲ ਜੁੜਿਆ ਤੇ ਮਹਾਰਾਜ ਫਰਮਾਉਂਦੇ, ਬਿਖ ਤੇ ਅੰਮ੍ਰਿਤ ਹੋਇਓ।
ਜਿਹੜੇ ਵਿਸ਼ੇ ਵਿਕਾਰ ਸੀਗੇ, ਵਿਸ਼ੇ ਵਿਕਾਰ ਜਿਹੜੇ ਮਾੜੇ ਗੁਣ ਸੀਗੇ, ਉਹ ਜਦੋਂ ਬਦਲ ਗਏ, ਗੁਰੂ ਰਾਮਦਾਸ ਦੇ ਘਰ ਆਏ, ਗੁਰੂ ਰਾਮਦਾਸ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਸ ਸਮੇਂ दैवी गुण आ गए, जिन्हों महाराज कहते बलिहारी गुर अपने दिहाड़ी सदवार, जिन मानस ते देवते की ये करतना लागी। ये गुरु दे अंदर समर्था है। गुरु साडे अंदरले जिहड़े माड़े गुण है उन्होंने कट के दैवी गुण बना सकता है, बना दिंदा है। बलिहारी गुर अपने दिहाड़ी सदवार, जिन मानस ते देवते की ये करतना लागी वार। महाराज फरमाउंदे कच्चो हो कंचन पयो, शब्द गुर श्रवने सुनियो, बिखते अमृत होयो, नाम सतगुर मुख भन्नियो, लोहो होयो लाल, नदर सतगुर जद धारे। नदर सतगुर जद धारे, काटे सो पाप तिन नरों के। एक होर प्रमाण लईए, गुरु रामदास जी महाराज की सिफत दे विच एक होर सवैया जी। महाराज फरमाउंदे, पट साहिबान फरमाउंदे, जे सतगुर सिमरंत नायन के तिमर मिटे खिन। बड़े ध्यान दे नाल इस पंक्ति सुनियो। मेरियां अखां दे उपर गफलत दी नींद सी, मेरियां अखां दे अगे हनेरा सी, इस हनेरे दा ओट आसला लैके मेरियां अखां पाप ही देखदियां सी ते पाप ही करदियां सी। काटे सो पाप तिन नरों के, जे सतगुर सिमरंथ नायन के तिमर मिटे खिन। ओ सतगुर दा सिमरना करिया जावे, उस सतगुर नूं हिरदे विच बसाया जावे, जिस सतगुर दे नाल जुड़ के अखां दे उपर जिहड़ा हनेरा, जिहड़ी गफलत दी नींद है, जिहड़ियां अखां हनेरे दा ओट आसरा लैके पाप ही देखदियां ते पाप ही करदियां, उस गुरु नाल जुड़िया जावे। ओ गुरु अंदरले हनेरे, अखां दे हनेरे जिहड़े वो मिटा दिंदा। जे सतगुर सिमरंत नैन के तिमर मिटे खिण। खिण दा आखरी अर्थ है गुरु नूं अखां तो गफलत दी नींद हटाउण वास्ते समा ज्यादा नहीं लगदा। काटे सो पाप तिन नरहों के, गुरु रामदास जिन पायो। फिर उपर वाली पंक्ति है, असुर गए ते भाग, पाप तिन भीतर कंपे। फिर ओदे अंदरले जिहड़े असुर है, जिहड़े काम क्रोध लोभ मोह अहंकार है, वो सारे जिहड़े है खत्म हो गए। और रामकली की वार दे विच महाराज फरमाउंदे हन कि गुरु रामदास जी इन्ने समर्थ हन कि जिहड़े काम क्रोध लोभ मोह हंकार हैगे है, मार कड्डे तुद सा परवारिया। मार कड्डे तुद सा परवारिया। गुरु रामदास जी ने इन्हां नूं, इन्हां दे परिवार, इन्हां दा कोड़मा, इन्हां दी पूरा जिहड़ा खानदान है, उन्हां नूं विचों मार बाहर इन्हां ने कढ दिता। महाराज फरमाउंदे, असुर गए ते भाग, पाप तिन भीतर कंपे। अंदरले जिहड़े फिर असुर हन, जिहड़े दैत हन, जिहड़े काम क्रोध लोभ मोह अहंकार हन, ये खत्म हो गए, ये दौड़ गए। लेकिन होए किदां? होए इस तरह कि महाराज फरमाउंदे, गुरु रामदास जिन पायो। जिन्हें गुरु रामदास जी महाराज नूं अपने हिरदे दे विच बसा लिया। आखिरी पंक्ति, छतर सिंघासन पिरथमी, गुर अर्जन कऊ दे आयो। छतर सिंघासन पिरथमी। पिरथमी का आखिरी अर्थ है धरती। धरती का जिहड़ा सिंघासन है, धरती का जिहड़ा चंदोवा है, जिन्हों रामकली की वार दे विच फरमाउंदे हन, तख्त बैठा अर्जन गुरु। एक मैं इत्थे बेनती करना चाहांगा, जदों असी रामकली की वार पढ़दे ना, उत्थे जिहड़ा अर्जन शब्द गुरु अर्जुन देव जी लिखिया, उन्हां दे जज्जे थले औंकड़ नहीं है। कुल 20 वार शब्द जिहड़ा अर्जुन है गुरु जी बारे आ रहा, गुरु ग्रंथ साहिब विच 20 वार आ रहा। एक वार शब्द आ रहा अपने रामकली की वार विच, बाबा सत्ता जी तख्त बैठा अर्जन, उत्थे अर्जन शब्द है। और उस तो बाद 19 वार जिहड़ा शब्द पट साहिबान इस्तेमाल कर रहे हैं, और पट साहिबान हर वारी जज्जे दे थले औंकड़ दे नाल उहदा उचारण जिहड़ा वो कर रहे हैं। जिस तरह इत्थे लिखिया होया, छतर सिंघासन पिरथमी, गुर अर्जुन कऊ
दे आयो, गुरु अर्जुन कऊ दे आयो। लेकिन उत्थे जिहड़ा शब्द है रामकली की वार दे जिहड़ी आखिरी पौड़ी है, चारे जागे चौह जुगी पंचायन आपे हुआ, उहदे विच पंक्ति आउंदी है, तख्त बैठा अर्जन गुरु सतगुर का खिवे चंदोवा, उग वनोह तै आथ वनो चौ चक्की कियन लोआ, चौ चक्की कियन लोवा। गुरु अर्जुन देव जी महाराज दा प्रताप, गुरु अर्जुन देव जी महाराज दा प्रकाश सूरज दे चढ़न तो लैके ते सूरज दे डुबण तक है। उगवनो ते आथवनो चौ चक्की कीयन, और चारां दिशावां दे विच गुरु अर्जुन देव जी महाराज दा जिहड़ा रूहानियत दा प्रकाश है ना, वो पसरिया होया। छत्र सिंघासन पिरथमी गुरु अर्जुन कऊ दे आयो। ते जदों तन तन गुरु अर्जुन देव जी महाराज सिंघासन ते बैठते हैं ना, ते फिर पट साहबाना नूं कहना पिया, पन मथरा कछ भेद नहीं, गुर अर्जुन परतख हर। गुरु अर्जुन देव जी महाराज परमात्मा दा ही कहंदे रूप हैं। मैं इत्थे एक बेनती करना चाहांगा, जदों असी गुरु साहबाना नूं एक शरीरक तल ते देखदे आ, ते फिर साध संगत जी वो खेड नहीं बनती। जदों असी गुरु साहबाना नूं परिपूर्ण परमात्मा दा रूप ही देखदे आ, बड़े प्रमाण हैं जी गुरु ग्रंथ साहब विच। गुरु अर्जुन देव जी जदों गुरु नानक देव जी की सिफत करते हैं ना, तो महाराज कहते हैं कि गुरु नानक देव जी पार ब्रह्म का ही कहते रूप है, पार ब्रह्म का ही कहते रूप है। अपने सवैयां दे विच उन्हां दी सिफत करते हैं। मैं जी बेनती, और गुरु अर्जुन देव जी का अपना भी बचन है, गुरु गुरु गुर कर मन मोर, गुरु बिना मैं ना ही होर। उहदे विच पंक्ति आउंदी है, गुर परमेसर एको जान। गुरु ते परमात्मा दे विच रंचक जिन्ना भी फर्क नहीं है, गुर परमेसर एको जान। भाई गुरदास जी भी कहते एक बाबा अकाल रूप। गुरु नानक देव जी महाराज परमात्मा दा ही रूप हैं, परिपूर्ण परमात्मा जिहदा आकार निराकार है, उन्हें अपने आप नूं पंज तत्तां दे विच लिया के आकार रूप बनाया, ते उस आकार दा नाम गुरु नानक देव जी है। एक बाबा अकाल रूप, दूजा रबाबी मरदाना, छत्र सिंघासन पिरथमी गुरु अर्जुन कऊ दे आयो। इहदे थल्ले ना अखीर दे विच गिनती लिखी है, ते गिनती दा जोड़ किया 143। थोड़ा जिहा उहदे बारे, पहला गिनती आउंदी है 2। 2 गिनती का अर्थ है कि जेडे हरबंस साहिब पट हरबंस साहिब के जेडे 2 सवैये उन्हां दी गिनती है। फिर उस तो बाद गिनती आउंदी है 21। 21 का मतलब कि गुरु अर्जुन देव जी महाराज की अपनी सिफत विच कुल सवैयां की गिनती जिहड़ी है वो सारे पट साहिबाना दे वालों 21 है। फिर गिनती आउंदी है 9। ये 9 गिनती आउंदी है सवैये श्री मुख वाक महला पंजवां दे जिहड़े पहले सवैये हैं उन्हां दी 9। फिर उस तो बाद गिनती आउंदी है 11। ये भी गुरु अर्जन देव जी दे दूसरे पड़ाव दे विच जिहड़े सवैये उन्हां दी गिनती आ रही है 11। फिर 10 ते 10 सवैये पट साहबाना वालों गुरु नानक देव जी महाराज की सिफत विच, अगले 10 सवैये गुरु अंगद देव जी महाराज की सिफत विच, फिर 22 सवैये गुरु अमरदास जी महाराज की सिफत विच गिनती आ रही। फिर 60 गिनती आ रही, 60 सवैये धन धन गुरु रामदास जी महाराज की सिफत विच। और मैं हैरान हुन्ना जो मैं 60 की गिनती देखदा भी पट साहबाना ने बकमाल गुरु रामदास जी बारे टोटल सवैये पट्टां दे 123 है, तो जिन्हां चों 60 सवैये सिर्फ उन्होंने गुरु रामदास जी सिफत विच उचारे। और आखिरी फिर कुल इन्हां दा जोड़ आ रहा 143। 143 का मतलब है जितने सवैये गुरु अर्जुन देव जी महाराज दे और पट साहबाना दे कुल जोड़ जिहड़ा इन्हां दा 143 है। भाई साहब जी बेनती कर रहे सीगे, मैं उहदे ते थोड़ा जिहा विचार करना चाहांगा, 1 मिनट ज़्यादा नहीं लवांगा। भाई साहब जी कह रहे सी इस्लाम धर्म तो सानू सीखना चाहिए। चलो वो तो भाई साहब ने गल कहती है, बहुत वधिया गल। दूजी गल मेरियां धीआं भी सिख लैन, उन्हां दियां बीबियां ने अज तक सिर तो चुन्नी नहीं लाई। ये भी गल असी सीखीए, साडियां चुन्नियां कित्थे गईयां?
ਸਾਡੀਆਂ ਚੁੰਨੀਆਂ ਗਈਆਂ ਮੋਢੇ ਤੇ ਚੁੰਨੀ ਲਈ ਹੈ, ਵਾਲ ਨੰਗੇ ਹੈ ਤੇ ਜਦੋਂ ਤੁਰਦੇ ਆ ਤੇ ਅਸੀਂ ਸੜਕ ਤੇ ਭਾਰੀ ਫੇਰਦੇ ਆ, ਬੌਕਰ ਫੇਰਦੇ ਆ। ਇਹ ਸਾਡੇ ਹਾਲਾਤ ਬਹੁਤ ਕੁਝ ਸਿੱਖ ਕੌਮ ਨੇ ਬੜੀ ਜਲਦੀ ਥੋੜੇ ਸਮੇਂ ਦੇ ਵਿੱਚ ਵਿਸਾਰ ਦਿੱਤਾ। ਸਾਨੂੰ ਵਾਪਸ ਮੁੜਨਾ ਪਏਗਾ। ਜੇ ਵਾਪਸ ਨਾ ਮੁੜੇ ਤੇ ਮਾਫ ਕਰਨਾ, ਮੈਂ ਜਿਹੜੀ ਗੱਲ ਕਹਿਣ ਲੱਗਾ ਆਪ ਜੀ ਨੂੰ ਚੁਭੇਗੀ। ਆਉਣ ਵਾਲਾ ਸਮਾਂ ਸਾਡੇ ਬੱਚਿਆਂ ਦੇ ਵਾਸਤੇ ਤੇ ਸਾਡੀਆਂ ਧੀਆਂ ਦੇ ਵਾਸਤੇ ਜਿਹੜਾ ਨਾ ਉਹ ਸਾਰਥਕ ਨਹੀਂ ਹੋਵੇਗਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬਾਨ ਇੱਥੋਂ ਦੇ ਹੈੱਡ ਗ੍ਰੰਥੀ, ਤਿਨਾਂ ਦਾ ਤਹਿ ਦਿਲੋਂ ਧੰਨਵਾਦ। ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ ਹੈ, ਜੋ ਦਾਸ ਨੂੰ ਨਿਮਾਣੇ ਨੂੰ ਬਖਸ਼ਿਸ਼ ਕਰਦੇ ਹਨ ਔਰ ਆਪ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਦਿੱਲੀ ਦੀ ਧਰਤੀ ਤੇ ਬੁਲਾਉਂਦੇ ਹਨ। ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਵਾਹਿਗੁਰੂ